जी श्रोतेओ, प्रोग्राम सजरी सवेर दौरान स्टूडियो की घड़ी ते समा हो गया जी 7:25 ते 30 ਦਾ। ਸਾਨੂੰ ਇਸ ਗੱਲ ਦਾ ਪਤਾ ਹੈ ਕਿ ਪਿਛਲੇ 1.5 ਦਹਾਕੇ ਤੋਂ ਜੋ ਮਾਲਵਾ ਖੇਤਰ ਦੇ ਵਿੱਚ, ਖਾਸ ਕਰਕੇ ਵੈਸੇ ਤਾਂ ਸਾਰੇ ਪੰਜਾਬ 'ਚ ਹੀ ਹੈ ਵਰਤਾਰਾ, ਪਰ ਮਾਲਵਾ ਖੇਤਰ ਦੇ ਵਿੱਚ ਜੋ ਇੱਕ ਭੂਤ ਸਵਾਰ ਹੋਇਆ ਸਾਡੇ ਨੌਜਵਾਨਾਂ ਦੇ ਉੱਤੇ ਕੈਨੇਡਾ ਜਾਣ ਦਾ, ਔਰ ਉਹਦਾ ਨਤੀਜਾ ਇਹ ਹੋਇਆ ਕਿ ਹਰ ਸ਼ਹਿਰ, ਹਰ ਕਸਬੇ ਦੇ ਵਿੱਚ IELTS, ਜੀ ਹਾਂ IELTS ਸੈਂਟਰਸ ਖੁੱਲ ਗਏ, ਜਿਹਦੇ ਵਿੱਚ ਅੰਗਰੇਜ਼ੀ ਦਾ ਇੱਕ ਇਮਤਿਹਾਨ ਪਾਸ ਕਰਕੇ ਬੈਂਡਸ ਲੈਣੇ ਹੁੰਦੇ ਆ ਜਿੰਨੇ ਲੋੜੀਂਦੇ ਹੁੰਦੇ ਆ ਕੈਨੇਡਾ ਦੇ ਵਿੱਚ ਜਾਣ ਲਈ ਪੁਆਇੰਟਸ ਪੂਰੇ ਕਰਨ ਵਾਸਤੇ। ਔਰ ਬਹੁਤੇ ਨੌਜਵਾਨ ਹੈ ਜਿਹੜੇ ਉਹ ਸਟੱਡੀ ਵੀਜ਼ਾ ਤੇ ਜਾਂਦੇ ਸੀ ਵੀ ਉੱਥੇ ਜਾ ਕੇ ਵਰਕ ਪਰਮਿਟ ਮਿਲ ਜੂਗਾ ਤੇ ਹੌਲੀ ਹੌਲੀ ਉੱਥੇ ਰਹਿਣ ਦਾ ਹੀ ਜੁਗਾੜ ਹੋ ਜੂਗਾ, ਜਿਹੜਾ ਕਿ ਆਮ ਤੌਰ ਤੇ ਹੋ ਜਾਂਦਾ ਹੈ। ਇਹ ਜਿਹੇ ਨੌਜਵਾਨਾਂ ਵਾਸਤੇ ਕਿਸੇ ਨੇ ਕਿਹਾ ਸੀਗਾ ਵੀ ਇੱਥੇ ਕੰਮ ਨਹੀਂ ਕਰਨਾ, ਉੱਥੇ ਜਾ ਕੇ ਵਰਕ ਕਰ ਲੈਣਾ। ਮਤਲਬ 20-25 ਲੱਖ ਰੁਪਇਆ ਲਾ ਕੇ ਉੱਥੇ ਜਾ ਕੇ ਭਾਵੇਂ ਕੋਈ M.Tech ਦੀ ਜਾਂ MBA ਦੀ ਡਿਗਰੀ ਲੈ ਕੇ ਲੱਗਣਾ ਸਟੋਰਾਂ ਤੇ ਹੀ ਹੈ ਕੰਮ ਕਰਨਾ, ਜਾਂ ਕਿਸੇ ਪੈਟਰੋਲ ਪੰਪ ਤੇ ਜਿਹਨੂੰ ਗੈਸ ਸਟੇਸ਼ਨ ਵੀ ਕਹਿ ਦਿੰਦੇ ਆ, ਜਾਂ ਫਿਰ ਸਿਕਿਉਰਿਟੀ ਗਾਰਡ, ਜਾਂ ਫਿਰ ਟੈਕਸੀ ਡਰਾਈਵਰ ਜਾਂ ਟਰੱਕ ਡਰਾਈਵਰ। ਤੇ ਕੈਨੇਡਾ ਇਸ ਗੱਲ ਤੇ ਫਖਰ ਮਹਿਸੂਸ ਕਰ ਸਕਦਾ ਹੈ ਕਿ ਉਹਨਾਂ ਦੇ ਟੈਕਸੀ ਤੇ ਟਰੱਕ ਡਰਾਈਵਰ ਹੈ ਨਾ ਜੀ ਜਿਹੜੇ, ਉਹਨਾਂ ਚੋਂ ਬਹੁਤੇ ਤਾਂ ਪੋਸਟ ਗ੍ਰੈਜੂਏਟ ਇੰਜੀਨੀਅਰ ਗ੍ਰੈਜੂਏਟਸ ਹੈ। ਤਾਂ ਖੈਰ ਹੁਣ ਸਵਾਲ ਇਹ ਹੈ ਕਿ ਭਾਰਤ ਵਿੱਚ ਕੰਮ ਨਹੀਂ ਕਰਨਾ ਪਰ ਉੱਥੇ ਜਾ ਕੇ ਵਰਕ ਕਰਨਾ ਹੈ, ਤੇ ਫਿਰ ਜਿਹੜੇ ਕੰਮ ਉੱਥੇ ਜਾ ਕੇ ਸਾਡੇ ਨੌਜਵਾਨ ਕਰਦੇ ਹੈ ਉਹਨਾਂ ਨੂੰ ਇੱਥੇ ਕਰਨ 'ਚ ਕੀ ਸਮੱਸਿਆ ਹੈ? ਜੇ ਸਾਡੇ ਕੋਲੇ ਜ਼ਮੀਨ ਹੈਗੀ ਹੈ ਤਾਂ ਕੋਈ ਆਧੁਨਿਕ ਤਰੀਕਿਆਂ ਦੇ ਨਾਲ, ਕੋਈ ਮਸ਼ੀਨੀਕਰਨ ਦੇ ਨਾਲ ਇੱਥੇ ਖੇਤੀਬਾੜੀ ਵੀ ਤਾਂ ਕੀਤੀ ਜਾ ਸਕਦੀ ਹੈ ਨਾ। ਔਰ ਇਹ ਠੀਕ ਹੈ ਕਿ ਜੇਕਰ ਆਪਾਂ ਕੋਈ ਨਵਾਂ ਕਾਰੋਬਾਰ ਵੀ ਸ਼ੁਰੂ ਕਰਦੇ ਆ, ਰਾਤੋਂ ਰਾਤ ਤਾਂ ਉਹਦਾ ਕੋਈ ਉਵੇਂ ਦਾ ਨਤੀਜਾ ਨਹੀਂ ਆਉਣਾਗਾ। ਹਰ ਵੱਡੀ ਪ੍ਰਾਪਤੀ ਲਈ, ਹਰ ਵੱਡੇ ਕਾਰੋਬਾਰ ਲਈ ਸ਼ੁਰੂਆਤ ਤਾਂ ਛੋਟੇ ਕਿਸੇ ਕਿੱਤੇ ਕਾਰੋਬਾਰ ਤੇ ਹੁੰਦੀ ਹੈ ਨਾ। ਤੇ ਜਿਹੜੇ ਇਹ ਸੋਚਦੇ ਆ ਕਿ ਜਿਹੜਾ ਮੁਕੇਸ਼ ਅੰਬਾਨੀ ਤੇ ਅਡਾਨੀ ਅਮੀਰ ਘਰਾਂ 'ਚ ਜੰਮੇ ਹੈ, ਮਾੜਾ ਜਿਹਾ ਉਹ ਧੀਰੂ ਭਾਈ ਅੰਬਾਨੀ ਦੇ ਵੀ ਜੀਵਨੀ ਪੜ੍ਹ ਕੇ ਵੇਖ ਲੈਣ ਵੀ ਉਹਨੇ ਕਿੰਨੀ ਜਦੋਜਹਿਦ ਕੀਤੀ ਹੈ ਤੇ ਸਫਲਤਾ ਨੇ ਉਹਦੇ ਪੈਰ ਚੁੰਮੇ ਹੈ। ਤੇ ਫਿਰ ਭਾਰਤ ਵਿੱਚ ਵੀ ਜੇਕਰ ਕੰਮ ਕੀਤਾ ਜਾਵੇ, ਮਿਹਨਤ ਕੀਤੀ ਜਾਵੇ ਤੇ ਤਰੱਕੀ ਹੋ ਸਕਦੀ ਹੈ। ਤੁਸੀਂ ਬੇਸ਼ੱਕ ਮੰਨੋ ਜਾਂ ਨਾ ਮੰਨੋ, ਪਰ ਮੈਂ ਨਿੱਜੀ ਤੌਰ ਤੇ ਇਹ ਗੱਲ ਮੰਨਦਾ। ਖੈਰ ਜੀ, ਇਸ ਵੇਲੇ ਕਰੋਨਾ ਦਾ ਦੌਰ ਹੈ, ਕੈਨੇਡਾ ਜਾਣ ਵਾਲੇ ਲੋਕਾਂ ਦੀਆਂ ਖੁਆਇਸ਼ਾਂ ਤੇ ਤਾਂ ਥੋੜਾ ਜਿਹਾ ਪੌਜ਼ ਲੱਗਿਆ ਹੋਇਆ ਹੈ, ਪਰ ਮੈਂ ਅੱਜ ਇਸ ਕਰਕੇ ਗੱਲ ਕੀਤੀ ਕਿ ਛੋਟੀ ਸ਼ੁਰੂਆਤ ਹੈ ਜਿਹੜੀ ਅਕਸਰ ਉਹ ਵੱਡੇ ਵੱਲ ਨੂੰ ਲੈ ਕੇ ਜਾਂਦੀ ਹੈ। ਹਾਂ, ਅਸੀਂ ਜਿਹੜੇ ਸਵੇਰੇ ਸ਼ਾਮ ਪਾਣੀ ਪੀ ਪੀ ਕੇ ਪੱਛਮੀ ਸਭਿਅਤਾ ਨੂੰ ਨਿੰਦਦੇ ਆ ਨਾ ਜੀ, ਤੇ ਅੱਜ ਕੈਨੇਡਾ ਨੂੰ, ਜਿਹਨੂੰ ਅਸੀਂ ਪੱਛਮੀ ਸਭਿਅਤਾ ਦਾ ਹਿੱਸਾ ਮੰਨਦੇ ਹੋਈਏ, ਇਹ ਗੱਲ ਸਮਝ ਲਈਏ ਕਿ ਉੱਥੇ ਭਾਵੇਂ ਕੋਈ ਟਰੱਕ ਡਰਾਈਵਰ ਹੈ, ਭਾਵੇਂ ਕੋਈ ਟੈਕਸੀ ਡਰਾਈਵਰ ਹੈ, ਤੇ ਭਾਵੇਂ ਕੋਈ ਉਦਯੋਗਪਤੀ ਹੈ, ਇਹ ਸਾਰੇ ਸਮਾਜ ਦੇ ਵਿੱਚ ਇੱਕੋ ਵਰਗਾ ਰੁਤਬਾ ਹੀ ਉੱਥੇ ਇੰਜੋਏ ਕਰਦੇ, ਇੱਕੋ ਵਰਗਾ ਰੁਤਬਾ ਹੀ ਮਾਣਦੇ ਆ। ਕਿਉਂਕਿ 10 ਨੂੰਆਂ ਦੀ ਕਿਰਤ ਕਮਾਈ ਜਿਹਦੀ ਗੱਲ ਸਾਡੇ ਬਾਬਿਆਂ ਨੇ, ਸਾਡੇ ਗੁਰੂਆਂ ਨੇ ਕੀਤੀ ਹੈ, ਉੱਥੇ ਉਸ ਦਾ ਸਤਿਕਾਰ ਹੁੰਦਾ ਹੈ। ਉੱਥੇ ਇਹ ਨਹੀਂ ਮਾਇਨੇ ਰੱਖਦਾ ਕਿ ਕਿਹੜਾ ਬੰਦਾ ਕੀ ਕੰਮ ਕਰ ਰਿਹਾ, ਹਾਂ ਕੰਮ ਕਰ ਰਿਹਾ ਤੇ ਇਮਾਨਦਾਰੀ ਨਾਲ ਕਰ ਰਿਹਾ। ਤੋ ਇਸ ਤਰ੍ਹਾਂ ਦੀ ਹੀ ਇੱਕ ਉਦਾਹਰਨ ਪਿਛਲੇ ਦਿਨੀ ਸਾਡੇ ਸਾਹਮਣੇ ਆਈ। ਮਾਨਸੇ ਤੋਂ ਇੱਕ ਕਾਰੋਬਾਰੀ ਜਿਨ੍ਹਾਂ ਦਾ ਨਾਮ, ਜਾਂ ਜਿਨ੍ਹਾਂ ਨੂੰ ਮਿੱਠੂ ਕਬਾੜੀਏ ਦੇ ਨਾਮ ਤੇ ਜਾਣਿਆ ਜਾਂਦਾ ਹੈ। ਹਾਲਾਂਕਿ ਮਿੱਠੂ ਕਬਾੜੀਆ ਸਾਹਿਬ ਤਾਂ ਪਿਛਲੇ ਲਗਭਗ 32-33 ਸਾਲਾਂ ਤੋਂ ਕਾਰੋਬਾਰ ਕਰ ਰਹੇ ਹੈ, ਤੇ ਅੱਜ ਇਹ ਮਿੱਠੂ ਜੀ ਚਰਚਾ 'ਚ ਕਿਵੇਂ ਆ ਗਏ? ਚਰਚਾ 'ਚ ਇਸ ਕਰਕੇ ਆ ਗਏ ਕਿ 에ਅਰ ਫੋਰਸ ਦੇ ਕੋਈ ਜਿਹੜੇ ਡਿਸਕਾਰਡਡ ਜਾਂ ਪੁਰਾਣੇ ਜਿਹੜੇ ਹੈਲੀਕਾਪਟਰ ਹੋਏ ਹੈਗੇ ਸੀ, ਉਸ ਨੂੰ ਉਹਨਾਂ ਨੇ ਵਿਕਵਾਲੀ ਤੇ ਲਾਇਆ ਤੇ ਬੋਲੀ ਤੇ ਲਾਇਆ, ਤੇ ਬੋਲੀ ਦੇ ਬਦਲੇ ਜਾਂ ਉਸ ਦੀ ਬਦੌਲਤ ਇਸ ਮਾਨਸਾ ਸ਼ਹਿਰ ਦੇ ਮਿੱਠੂ ਕਬਾੜੀਆ ਸਾਹਿਬ ਨੂੰ ਮਿਲ ਗਏ ਉਹ 6 ਹੈਲੀਕਾਪਟਰ। ਤੇ ਜਦੋਂ ਟਰੱਕਾਂ ਤੇ ਲੱਦ ਕੇ ਇਹ ਹੈਲੀਕਾਪਟਰ ਮਾਨਸੇ ਦੇ ਉਹਨਾਂ ਦੇ ਗਰਾਊਂਡ ਦੇ ਵਿੱਚ, ਜਿੱਥੇ ਉਹ ਕਬਾੜ ਦਾ ਸਮਾਨ ਰੱਖਦੇ ਆ ਜਾਂ ਸਕ੍ਰੈਪ ਰੱਖਦੇ ਆ, ਉੱਥੇ ਉਤਾਰੇ ਗਏ, ਤਾਂ ਸ਼ਹਿਰ ਦੇ ਵਿੱਚ ਜੀ ਉਸ ਦੀ ਬੜੀ ਚਰਚਾ ਹੋਈ ਔਰ ਬਹੁਤ ਖਿੱਚ ਦਾ ਕੇਂਦਰ ਬਣਿਆ। ਬੱਚਿਆਂ ਨੂੰ ਛੁੱਟੀਆਂ ਸੀਗੀਆਂ, ਵੱਡੇ ਵੀ ਵਿਹਲੇ ਸੀਗੇ, ਤੇ ਸਾਰੇ ਜੀ ਉੱਥੇ ਆ ਕੇ ਹੈਲੀਕਾਪਟਰ ਦੇ ਉਸ ਢਾਂਚੇ ਦੇ ਵਿੱਚ ਬੈਠ ਕੇ ਤਸਵੀਰਾਂ ਕਰਾਉਣ ਲੱਗੇ, ਉੱਥੇ ਸੈਲਫੀਆਂ ਕਰਾਉਣ ਲੱਗੇ, ਤੇ ਮੀਡੀਆ ਵੀ ਉੱਥੇ ਪਹੁੰਚ ਗਿਆ ਤੇ ਅਖਬਾਰਾਂ 'ਚ ਵੀ ਉਸ ਦੀ ਚਰਚਾ ਹੋਈ। ਤੇ ਮਿੱਠੂ ਕਬਾੜੀਆ, ਹੁਣ ਕਬਾੜ ਦੇ ਕੰਮ ਨੂੰ ਸਾਡੇ ਸਮਾਜ ਦੇ ਵਿੱਚ ਕਿਸ ਰੂਪ 'ਚ ਦੇਖਿਆ ਜਾਂਦਾ, ਮੈਂ ਉਸ ਤੇ ਤਾਂ ਕੋਈ ਟਿੱਪਣੀ ਨਹੀਂ ਕਰਨੀਗੀ, ਪਰ ਇਹ ਮਿੱਠੂ ਕਬਾੜੀਆ ਸਾਹਿਬ ਜੀ ਇਹ ਇੱਕ ਸੈਲੀਬ੍ਰਿਟੀ ਜ਼ਰੂਰ ਬਣ ਗਏ। ਹੁਣ ਤੁਸੀਂ ਮੈਨੂੰ ਕਹੋਗੇ ਕਿ ਉਹਦਾ ਨਾਮ ਮੈਂ ਮਿੱਠੂ ਕਬਾੜੀਆ ਕਿਉਂ ਲੈ ਰਿਹਾ? ਉਹ ਮਿੱਠੂ ਰਾਮ ਜੀ ਖੁਦ ਇਸ ਗੱਲ ਦੇ ਵਿੱਚ ਫਖਰ ਮਹਿਸੂਸ ਕਰਦੇ ਆ, ਔਰ ਉਹਨਾਂ ਦੇ ਬੱਚੇ ਵੀ, ਕਿ ਉਹਨਾਂ ਨੂੰ ਇਸੇ ਨਾਮ ਨਾਲ ਹੀ ਬੁਲਾਇਆ ਜਾਵੇ। ਖੈਰ, ਅਗਲੀ ਪੀੜ੍ਹੀ ਆ ਗਈ ਜੀ, ਜਿਹਦਾ ਨਾਮ ਹੈ, ਜਾਣੀ ਕਿ ਮਿੱਠੂ ਜੀ ਦਾ ਬੇਟਾ ਡਿੰਪਲ ਅਰੋੜਾ। ਜੀ ਹਾਂ, ਇਹ ਲੜਕੇ ਦਾ ਨਾਮ ਹੈ ਡਿੰਪਲ ਅਰੋੜਾ ਸਾਹਿਬ, ਜਿਹੜੇ ਕਿ ਚੰਡੀਗੜ੍ਹ ਦੇ ਪੜ੍ਹੇ ਹੋਏ ਹੈ। ਉੱਥੇ ਵੀ ਜਾ ਕੇ ਉਹਨਾਂ ਨੇ ਇਹ ਜਿਹੜਾ ਤਖੱਲੁਸ ਸੀਗਾ ਜੋ ਉਹਨਾਂ ਦੇ ਕਾਰੋਬਾਰ ਦੇ ਨਾਲ ਜੁੜਿਆ, ਉਹਨਾਂ ਦੇ ਪਿਤਾ ਜੀ ਦੇ ਨਾਮ ਦੇ ਨਾਲ ਜੁੜਿਆ, ਇਹ ਸ਼ਬਦ ਕਬਾੜੀਆ, ਇਸ ਨੂੰ ਉਹਨਾਂ ਨੇ ਨਹੀਂ ਤਿਆਗਿਆਗਾ। ਔਰ ਅੱਜ ਉਹ ਬੜੇ ਫਖਰ ਨਾਲ ਇਹ ਗੱਲ ਕਹਿੰਦੇ ਹੈ ਕਿ ਅਸੀਂ 10 ਨੂੰਆਂ ਦੀ ਕਿਰਤ ਕਮਾਈ ਕਰਕੇ ਇਹ ਕਬਾੜ ਦੇ ਕੰਮ ਨੂੰ ਵੀ ਇੱਕ ਬਹੁਤ ਵੱਡੇ ਕਾਰੋਬਾਰ ਦੇ ਵਿੱਚ ਤਬਦੀਲ ਕੀਤਾ ਹੈ। ਔਰ ਇਹਨਾਂ ਦੀ ਇਸ ਸਫਲਤਾ ਦਾ ਜੋ ਸਫ਼ਰ ਹੈ,
ਇਸ ਬਾਰੇ ਅਸੀਂ ਗੱਲਬਾਤ ਕੀਤੀ ਮਾਨਸਾ ਸ਼ਹਿਰ ਦੇ ਮਿੱਠੂ ਕਬਾੜੀਆ ਜੀ ਦੇ ਸੁਪੁੱਤਰ ਸ਼੍ਰੀ ਡਿੰਪਲ ਅਰੋੜਾ ਦੇ ਨਾਲ ਔਰ ਇਹ ਸਾਰੀ ਗੱਲਬਾਤ ਨੂੰ ਇਹ ਸਾਰੀ ਸਥਿਤੀ ਨੂੰ ਸਮਝਣ ਦੀ ਕੀਤੀ ਕੋਸ਼ਿਸ਼ ਤੇ ਡਿੰਪਲ ਅਰੋੜਾ ਜੀ ਇਸ ਬਾਰੇ ਕੀ ਗੱਲ ਕਰ ਰਹੇ ਆ ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਸ਼੍ਰੀ ਡਿੰਪਲ ਅਰੋੜਾ ਜੀ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ 'ਚ ਸਵਾਗਤ ਹੈ ਜਨਾਬ ਆਪ ਜੀ ਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਡਿੰਪਲ ਜੀ ਹੁਣ ਤਾਂ ਤੁਸੀਂ ਖੁਦ ਵੀ ਬ੍ਰਾਂਡ ਬਣ ਚੁੱਕੇ ਹੋ, ਤੁਹਾਡੇ ਪਿਤਾ ਜੀ ਵੀ ਬ੍ਰਾਂਡ ਬਣ ਚੁੱਕੇ ਹੈ ਤੇ ਮਾਨਸਾ ਸ਼ਹਿਰ ਨੂੰ ਵੀ ਤੁਸੀਂ ਪੰਜਾਬ ਦੇ ਨਕਸ਼ੇ ਦੇ ਉੱਤੇ ਇੱਕ ਬਹੁਤ ਵੱਡਾ ਬ੍ਰਾਂਡ ਬਣਾਤਾ ਹੋਇਆ। ਨਹੀਂ ਬ੍ਰਾਂਡ ਕਾਹਦੇ ਹੈ ਜੀ, ਇਸ ਤੋਂ ਸਤ ਕਿਰਪਾ ਜੀ ਪਰਮਾਤਮਾ ਦੀ। ਗੱਲ ਇਹ ਹੈ ਕਿ ਤੁਹਾਡੇ ਪਿਤਾ ਸ਼੍ਰੀ ਮਿੱਠੂ ਰਾਮ ਜੀ ਨੇ ਆਪਣਾ ਕਬਾੜ ਦਾ ਜਾਂ ਸਕ੍ਰੈਪ ਡੀਲਰ ਵਜੋਂ ਜੋ ਕਾਰੋਬਾਰ ਹੈ ਸ਼ੁਰੂ ਕੀਤਾ ਸਾਲ 1988 ਦੇ ਵਿੱਚ, ਹਨਾ? ਹਾਂਜੀ ਤੇ ਉਦੋਂ ਕਿਸ ਤਰ੍ਹਾਂ ਮਤਲਬ ਇਹ ਕਾਰੋਬਾਰ ਉਹਨਾਂ ਨੇ ਕਿੱਦਾਂ ਸ਼ੁਰੂ ਕੀਤਾ ਸੀ, ਮਤਲਬ ਕੀ ਕਰਦੇ ਸੀ? ਇਹ ਇੱਕ ਨਾ ਛੋਟੀ ਜਿਹੀ ਦੁਕਾਨ ਤੋਂ ਸਟਾਰਟ ਕੀਤਾ ਸੀਗਾ ਜੀ। ਉਹ ਤੋਂ ਬਸ ਐ ਲਗਾ ਲਓ ਸਕ੍ਰੈਪ ਲੈਣ ਲੱਗੇ ਤੇ ਉਸ ਤੋਂ ਬਾਅਦ ਔਕਸ਼ਨਾਂ ਹੁੰਦੀਆਂ ਸੀਗੀਆਂ, ਓਪਨ ਔਕਸ਼ਨ ਹੁੰਦੀਆਂ ਸੀਗੀਆਂ, ਉੱਥੇ ਜਾਣ ਲੱਗ ਗਏ। ਉਸ ਤੋਂ ਬਾਅਦ ਦੁਕਾਨ ਦੇ ਉੱਤੇ ਜਦੋਂ ਕੰਮ ਕਰਦੇ ਸੀ ਉਦੋਂ ਜਿਹੜੇ ਕੋਈ ਹੋਰ ਮੱਲਿਆਂ ਚੋਂ ਖਰੀਦ ਕੇ ਲਿਆਂਦੇ ਉਹ ਇੱਥੇ ਆ ਕੇ ਵੇਚਦੇ ਸੀ, ਮਤਲਬ ਹਾਂ ਉਹ ਇੱਥੇ ਵੇਚਦੇ ਸੀਗੇ ਉਦੋਂ ਵੀ। ਤੇ ਫਿਰ ਹੌਲੀ ਇਹਨਾਂ ਨੇ ਕਾਰੋਬਾਰ ਆਪਦਾ ਵਧਾਇਆ। ਹਾਂਜੀ ਉਸ ਟਾਈਮ ਫਿਰ ਨਿਲਾਮੀਆਂ ਤੋਂ ਗੱਡੀਆਂ ਲੈਣ ਲੱਗ ਗਏ ਤੇ ਉਸ ਤੋਂ ਬਾਅਦ ਇੱਕ ਮੈਟਾਡੋਰ ਤੋਂ ਸ਼ੁਰੂਆਤ ਕੀਤੀ, ਉਹ ਲਈ ਉਹਦੇ ਪਾਰਟਸ ਵੇਚੇ। ਫਿਰ ਉਹਨਾਂ ਨੂੰ ਪਤਾ ਲੱਗਿਆ ਸਭ ਕੁਝ ਤੇ ਉਸ ਤੋਂ ਬਾਅਦ ਨਿਲਾਮੀਆਂ ਤੇ ਮਾਲ ਲੈਣ ਲੱਗੇ ਸਰਕਾਰੀ ਔਕਸ਼ਨਾਂ ਦਾ। ਫਿਰ ਉਸ ਤੋਂ ਬਾਅਦ ਇਹ ਆਨਲਾਈਨ ਸਿਸਟਮ ਹੋਇਆ, ਆਨਲਾਈਨ ਚ ਅਸੀਂ ਕਰਦੇ ਰਹੇ ਜੀ। ਅੱਛਾ, ਇਹ ਜਿਹੜਾ ਸਕ੍ਰੈਪ ਦਾ ਸਮਾਨ ਤੁਹਾਡੇ ਪਿਤਾ ਜੀ ਖਰੀਦਦੇ ਸੀ ਜਾਂ ਹੁਣ ਵੀ ਖਰੀਦ ਰਹੇ ਆ, ਇਹ ਫਿਰ ਪਹਿਲਾਂ ਕਿੱਥੇ ਵਿਕਦਾ ਹੁੰਦਾ ਸੀ? ਚਲੋ ਹੁਣ ਤਾਂ ਬਹੁਤ ਸਮਾਨ ਹੋ ਗਿਆ, ਇਹ ਲੋਹਾ ਕਿੱਥੇ ਵੇਚਦੇ ਹੁੰਦੇ ਸੀ ਪਹਿਲਾਂ? ਫਿਰ ਇਹ ਗੋਬਿੰਦਗੜ੍ਹ ਹੀ ਜਾਂਦਾ ਸੀ ਸਕ੍ਰੈਪ ਦੀ। ਅੱਛਾ, ਜਿੱਥੇ ਸਰੀਏ ਵਗੈਰਾ ਬਣਦੇ ਆ ਜਾਂ ਹੋਰ ਲੋਹੇ ਦਾ ਸਮਾਨ ਹੈ। ਹਾਂਜੀ ਸਾਰਾ। ਅੱਛਾ, ਅਸੀਂ ਕਈ ਵਾਰੀ ਨਾ ਘਰ 'ਚ ਸਰੀਆ ਖਰੀਦਣ ਲੱਗਦੇ ਆ ਤਾਂ ਮੈਨੂੰ ਕਈ ਵਾਰੀ ਕਹਿੰਦੇ ਹੁੰਦੇ ਸੀ ਗੋਬਿੰਦਗੜ੍ਹ ਵਾਲਾ ਤਾਂ ਸਕ੍ਰੈਪ ਦਾ ਬਣਿਆ ਹੋਇਆ ਤੇ ਆਹ ਫਲਾਣੀ ਕੰਪਨੀ ਦਾ ਉੱਥੋਂ ਬਣਿਆ ਹੋਇਆ। ਖੈਰ ਤਾਂ ਇਹ ਗੱਲ ਕਲੀਅਰ ਹੋ ਗਈ। ਤੁਹਾਡੇ ਪਿਤਾ ਜੀ ਨੇ ਇਹ ਕੰਮ ਕੀਤਾ ਕਿ ਆਪਦੇ ਨਾਮ ਦੇ ਨਾਲ ਬੜੇ ਫਖਰ ਨਾਲ, ਬੜੇ ਆਦਰ ਮਾਣ ਨਾਲ, ਬੜੇ ਮਾਣ ਮੱਤੇ ਢੰਗ ਨਾਲ ਉਹਨਾਂ ਨੇ ਆਪਦਾ ਕਿੱਤਾ ਕਾਰੋਬਾਰ ਆਪਦੇ ਨਾਮ ਦੇ ਨਾਲ ਜੋੜਿਆ। ਜਿਵੇਂ ਉਹਨਾਂ ਨੇ ਸ਼੍ਰੀ ਮਿੱਠੂ ਰਾਮ ਅਰੋੜਾ ਜੀ ਦੀ ਬਜਾਏ ਆਪਣਾ ਨਾਮ ਲਿਖਿਆ ਮਿੱਠੂ ਕਬਾੜੀਆ, ਠੀਕ ਹੈ? ਹਾਂਜੀ। ਤੇ ਜਦੋਂ ਤੁਸੀਂ ਸਕੂਲ ਵਗੈਰਾ 'ਚ ਪੜ੍ਹਦੇ ਸੀ ਜਾਂ ਚੰਡੀਗੜ੍ਹ ਜਦੋਂ ਪੜ੍ਹਨ ਲੱਗੇ ਤੇ ਕਦੇ ਇਹ ਨਾਮ ਸੀ ਜਿਹੜਾ ਜਾਨੀ ਉਹਨਾਂ ਦਾ ਕਿੱਤਾ ਜਿਹੜਾ ਕਬਾੜੀਆ ਸ਼ਬਦ ਸੀ, ਇਹ ਤੁਹਾਨੂੰ ਕਦੇ ਐਂ ਜੇ ਨਹੀਂ ਸੀ ਲੱਗਦਾ ਵੀ ਦੋਸਤਾਂ ਦੇ ਵਿੱਚ ਯਾਰ ਮੈਂ ਇਹ ਨਾ ਕਰਾਂ? ਵੈਸੇ ਤਾਂ ਕਿੱਤਾ ਕਾਰੋਬਾਰ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾਗਾ, ਪਰ ਜਿਹੜੇ ਯੰਗਸਟਰਸ ਹੈ ਨਾ ਕਈ ਵਾਰੀ ਉਹ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਮਤਲਬ ਮੰਨਦੇ ਆ ਵੀ ਯਾਰ ਇਹ ਨਾਮ ਜੇ ਏਦਾਂ ਨਹੀਂ ਹੋਣੇ ਚਾਹੀਦੇ, ਮਤਲਬ ਇਹ ਕਿੱਤਿਆਂ ਨੂੰ ਥੋੜਾ ਜਿਹਾ ਉਸ ਵਿੱਚ ਦੇਖਦੇ ਆ। ਪਤਾ ਕੀ ਹੈ ਜੀ, ਜਦੋਂ ਪੜ੍ਹਦੇ ਸੀ ਨਾ ਉਸ ਟਾਈਮ ਜਿਵੇਂ ਯਾਰ ਦੋਸਤ ਹੁੰਦੇ ਸ਼ੇਰ ਦੇ ਕਬਾੜੀਏ ਐ ਬੋਲਦੇ, ਠੀਕ ਹੈ ਜੀ, ਹੁਣ ਵੀ ਬੋਲ ਦਿੰਦੇ ਨੇ। ਤੇ ਉਦੋਂ ਥੋੜਾ ਪਹਿਲਾਂ ਉਸ ਟਾਈਮ ਦਾ ਕਹਿੰਦਾ ਮੈਂ ਉਦੋਂ ਥੋੜਾ ਮਹਿਸੂਸ ਜਿਹਾ ਹੁੰਦਾ ਸੀਗਾ। ਤੇ ਉਸ ਤੋਂ ਬਾਅਦ ਜਦੋਂ ਨਾਮ ਇੰਨਾ ਹੋ ਗਿਆ ਜਾਂ ਹੋਰ ਉਸ ਤੋਂ ਬਾਅਦ ਐਂ ਲਗਾ ਲਓ ਹੁਣ ਫਕਰ ਨਾਲ ਕਹਿੰਦੇ ਆ ਜੀ ਅਸੀਂ ਵੀ ਕਬਾੜੀਆਂ ਖੁਦ ਕਹਿੰਦੇ ਆ ਵੀ ਐਂ ਲਾ ਲਓ ਵੀ ਬਹੁਤ ਮਾਣ ਬਖਸ਼ਿਆ। ਵੈਸੇ ਨਾ ਕੈਨੇਡਾ 'ਚ ਜਾਂ ਕੋਈ ਹੋਰ ਜਿਹੜੇ ਦੇਸ਼ ਹੈ ਨਾ ਉੱਥੇ ਕੋਈ ਫਰਕ ਨਹੀਂ ਪੈਂਦਾ, ਕੋਈ ਡਰਾਈਵਰ ਹੈ, ਕੋਈ ਕਬਾੜੀ ਹੈ, ਕੋਈ ਕੀ ਹੈ, ਜਿਹੜਾ ਬੰਦਾ ਆਪਣੇ 10 ਨੋਆਂ ਦੀ ਕਿਰਤ ਕਮਾਈ ਕਰਦਾ ਉਹਨੂੰ ਬਰਾਬਰ ਦਾ ਮਾਣ ਸਤਿਕਾਰ ਹੈ, ਜਿਹਨੂੰ ਕਹਿੰਦੇ ਨਾ ਡਿਗਨਿਟੀ ਆਫ ਲੇਬਰ ਹੈ। ਪਰ ਸਾਡੇ ਮੁਲਕ ਦੇ ਵਿੱਚ ਨਾ ਬੜੇ ਇੱਕ ਤਰਾਸਦੀ ਹੈ ਕਿ ਕੋਈ ਭ੍ਰਸ਼ਟ ਅਫਸਰ ਹੈ ਨਾ ਉਹਨੂੰ ਤਾਂ ਬੜਾ ਮਾਣ ਸਤਿਕਾਰ ਮਿਲੂਗਾ, ਪਰ ਤੇ ਜੇ ਕੋਈ ਇਮਾਨਦਾਰੀ ਨਾਲ ਕੋਈ ਕਾਰੋਬਾਰ ਕਰ ਰਿਹਾ ਤਾਂ ਉਹਨੂੰ ਉਹਦਾ ਰੁਤਬਾ ਜਿਹੜਾ ਉਹਦੇ ਕਾਰੋਬਾਰ ਦੇ ਨਾਲ ਜਾਂ ਉਹਦੇ ਕਿੱਤੇ ਨਾਲ ਜੁੜਿਆ ਜਾਂਦਾ ਹੈ। ਤਾਂ ਮੇਰਾ ਖਿਆਲ ਹੈ ਤੁਸੀਂ ਉਹ ਜਿਹੜਾ ਇੱਕ ਅਕਸ ਹੈ, ਉਹ ਜਿਹੜੀ ਇੱਕ ਸੋਚ ਹੈ, ਉਸ ਨੂੰ ਬਦਲਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ। ਅੱਜ ਤੁਹਾਡੀ ਥਾਂ ਤੇ ਆ ਕੇ ਤੁਹਾਡੇ ਉਸ ਗਰਾਊਂਡ 'ਚ ਆ ਕੇ ਜਿੱਥੇ ਤੁਸੀਂ ਹੈਲੀਕਾਪਟਰ ਖਰੀਦੇ ਹੈ ਸਕ੍ਰੈਪ ਦੇ ਰੂਪ ਦੇ ਵਿੱਚ, ਜਨਤਾ ਉੱਥੇ ਆ ਕੇ ਫੋਟੋਆਂ ਕਰਾ ਰਹੀ ਹੈ, ਸੈਲਫੀਆਂ ਕਰਾ ਰਹੀ ਹੈ ਔਰ ਮੀਡੀਆ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਔਰ YouTube ਹੈ ਜਿਹੜੀ ਤੁਹਾਡੇ ਇੰਟਰਵਿਊਜ਼ ਨਾਲ ਇਸ ਵੇਲੇ ਭਰੀ ਪਈ ਹੈ, ਮਾਨਸਾ ਚਾਰੇ ਪਾਸੇ ਹੋਇਆ ਪਿਆ। ਤੇ ਇਹ ਜਿਹੜਾ ਆਨਲਾਈਨ ਵਾਲਾ ਜਾਨੀ ਕੰਪਿਊਟਰ ਦੇ ਉੱਤੇ ਜਿਹੜੀ ਇੱਕ ਬਿੱਡ ਪੈਂਦੀ ਹੈ ਜਾਂ ਬੋਲੀਆਂ ਦਾ ਇੱਕ ਦੌਰ ਸ਼ੁਰੂ ਹੋਇਆ ਜਦੋਂ ਡਿਜੀਟਲ ਇੰਡੀਆ ਵੱਲੋਂ ਅਸੀਂ ਵਧੇ ਹਾਂ, ਤੇ ਫਿਰ ਕੰਪਿਊਟਰ ਵਗੈਰਾ ਦੀ ਟ੍ਰੇਨਿੰਗ ਕਿੱਦਾਂ ਮਤਲਬ ਤੁਸੀਂ ਫਿਰ ਲਈ ਤੇ ਕਿਵੇਂ ਸਾਰੇ ਨੂੰ ਮੈਨੇਜ ਕਰਨ ਦਾ ਤੁਸੀਂ ਫੈਸਲਾ ਲਿਆ? ਮੈਂ ਨਾ ਜੀ ਪਹਿਲੇ ਅਕਾਊਂਟਸ ਦਾ ਕੰਮ ਕਰ ਰਿਹਾ ਸੀਗਾ, ਥੋੜਾ ਬਹੁਤ ਐਂ ਲਗਾ ਲਓ ਵਿੱਚ ਛੱਡਤਾ ਸੀ ਉਹ ਵੀ। ਉਸ ਤੋਂ ਬਾਅਦ ਥੋੜਾ ਐਂਟਰੀਆਂ ਕਰਨ ਲੱਗੇ ਆਨਲਾਈਨ ਤੇ ਉਸ ਤੋਂ ਬਾਅਦ ਜਦੋਂ ਇਹ ਸਿਸਟਮ ਚੱਲਿਆ ਆਨਲਾਈਨ ਦਾ ਉਦੋਂ ਜਦੋਂ ਕਰਦੇ ਰਹੇ ਸਾਰਾ ਐਕਸਪੀਰੀਅੰਸ ਹੋ ਗਿਆ ਜੀ ਇਹਦਾ। ਤੇ ਹੁਣ ਤਾਂ ਤੁਸੀਂ ਭਾਈ ਲੱਖਾਂ ਕਰੋੜਾਂ ਦੇ ਸੌਦੇ ਕਰਦੇ ਹੋ, ਹੈਲੀਕਾਪਟਰ ਖਰੀਦਦੇ ਹੋ ਤੇ ਹੋਰ ਬੜਾ ਸਮਾਨ ਖਰੀਦਦੇ ਹੋ, ਤੇ ਹੁਣ ਤਾਂ ਮਤਲਬ ਥੋੜਾ ਅੰਗਰੇਜ਼ੀ ਦਾ ਸ਼ਬਦ ਵਰਤਿਆ ਜਾ ਸਕਦਾ ਹੈ ਸਕ੍ਰੈਪ ਡੀਲਰਸ, ਕਿ ਅਜੇ ਵੀ ਕਬਾੜੀਆ ਸ਼ਬਦ ਹੀ ਚਲਾਉਂਗੇ? ਨਹੀਂ, ਕਬਾੜੀਆ ਸ਼ਬਦ ਹੀ ਲਾਵਾਂਗੇ ਜੀ। ਨਹੀਂ ਸਾਨੂੰ ਮਸ਼ਹੂਰ ਕੀਤਾ ਜੀ, ਇੰਨੀ ਐ ਲਾ ਲਓ ਵੀ ਇੰਨੀ ਇੱਜ਼ਤ ਬਖਸ਼ੀ ਹੈ ਜੀ। ਮੈਂ ਵੀ ਕਿਤੇ ਜਾਂਦਾ ਨਾ ਜਿੱਥੇ ਕਹਿੰਦਾ ਵੀ ਮੈਂ ਉਹਨਾਂ ਦਾ ਮੁੰਡਾ ਮਿੱਠੂ ਕਬਾੜੀਆ ਦਾ, ਇੰਨਾ ਪਿਆਰ ਮਿਲਦਾ, ਰਿਸਪੈਕਟ ਮਿਲਦੀ ਆ ਹਰ ਕਿਤੇ, ਕੋਈ ਸਰਕਾਰੀ ਜਗ੍ਹਾ ਹੋਵੇ ਕਿਤੇ ਵੀ ਹੋਵੇ। ਅੱਛਾ, ਜਦੋਂ ਤੁਸੀਂ ਇਹ ਹੈਲੀਕਾਪਟਰ ਖਰੀਦਣ ਦਾ ਫੈਸਲਾ ਲਿਆ 에ਅਰ ਫੋਰਸ ਤੋਂ ਤੇ ਉਹਦੀ ਬਿੱਡ ਪਾਈ ਤੇ ਚਲੋ ਤੁਹਾਨੂੰ ਅਲਾਟ ਹੋ ਗਿਆ, ਜਦੋਂ ਡਿਲੀਵਰੀ ਲੈਣ ਜਾ ਰਿਹਾ ਸੀ ਤੁਹਾਡੇ ਟਰੱਕ ਜਾਂ ਤੁਹਾਡੇ ਬੰਦੇ ਜਾਂ ਤੁਸੀਂ ਖੁਦ, ਤੇ ਤੁਹਾਨੂੰ ਇਸ ਗੱਲ ਦੀ ਉਮੀਦ ਹੈਗੀ ਸੀ ਵੀ ਆ ਕੇ ਬੜਾ ਇਹ ਆਕਰਸ਼ਣ ਦਾ ਕੇਂਦਰ ਬਣੂਗਾ, ਖਿੱਚ ਦਾ ਕੇਂਦਰ ਬਣੂ? ਇਹ ਨਹੀਂ, ਸਾਨੂੰ ਵੀ ਨਹੀਂ ਹੈਗਾ ਸੀਗਾ ਇਸ ਗੱਲ ਦਾ ਜੀ, ਬਿਲਕੁਲ ਵੀ ਸਾਨੂੰ ਆਈਡੀਆ ਹੀ ਨਹੀਂ ਹੈ ਸੀ ਇਹ ਗੱਲ ਦਾ ਕਿ ਤੁਸੀਂ ਇੱਕ ਜਿਹਨੂੰ ਕਹਿੰਦੇ ਨਾ ਸੈਲੀਬ੍ਰਿਟੀ ਬਣ ਜਾਓਗੇ ਇਸ ਇਲਾਕੇ ਦੀ। ਹਾਂਜੀ, ਇਹ ਐਵੇਂ ਸਟਾਰਟਿੰਗ ਇਹ ਨਾ ਉੱਥੋਂ ਹੋਈ ਜੀ ਟੋਲ ਟੈਕਸ ਤੋਂ, ਤੇ ਉੱਥੇ ਨਾ ਉਹ ਹੈਗਾ ਸੀਗਾ ਵੀ ਐਂ ਲਗਾ ਲਓ
ਟੋਲ ਟੈਕਸ ਤੇ ਗੱਡੀਆਂ ਜਾਂਦੀਆਂ ਨੇ, ਤੇ ਉਸ ਟੋਲ ਟੈਕਸ ਤੇ ਨਾ ਜਦੋਂ 5 ਹੈਲੀਕਾਪਟਰ ਉੱਥੇ ਖੜੇ ਸੀਗੇ ਤੇ ਉਸ ਤੋਂ ਬਾਅਦ ਤਾਰਾਂ ਤੂਰਾਂ ਵੀ ਸੀ, ਅਸੀਂ ਕਿਹਾ ਨੁਕਸਾਨ ਨਾ ਕਰ ਲਈ, ਹਾਈਟ ਬਹੁਤ ਲੰਬੀ ਹੈ ਇਹਦੀ, ਤੇ ਉਸ ਤੋਂ ਬਾਅਦ ਫਿਰ ਉਹਨੂੰ ਕਟਵਾਇਆ ਉੱਥੇ। ਹੋਰ ਉੱਥੇ ਸਾਨੂੰ ਬਹੁਤ ਟਾਈਮ ਲੱਗਿਆ ਕਟਵਾਉਣ ਤੇ, ਇੱਕ ਦਿਨ। ਉਹਦੇ ਕਰਕੇ ਉੱਥੇ ਮੇਲਾ ਲੱਗ ਗਿਆ ਪੂਰਾ, ਵੀਡੀਓ ਵਾਇਰਲ। ਹੈਲੀਕਾਪਟਰ ਟਰੱਕਾਂ ਦੇ ਚੱਲੇ। ਹਾਂਜੀ ਹਾਂਜੀ, ਉੱਥੋਂ ਹੀ ਸ਼ੁਰੂਆਤ ਹੋ ਗਈ ਜੀ। ਚਲੋ, ਤੁਹਾਡੀ 6 ਹੈਲੀਕਾਪਟਰਾਂ ਚੋਂ 3 ਹੈਲੀਕਾਪਟਰ ਤਾਂ ਪਹਿਲਾਂ ਹੀ ਵਿਕ ਗਏ ਤੇ ਹੁਣ 3 ਤੁਹਾਡੇ ਮਾਨਸੇ ਖੜੇ ਆ ਜਨਾਬ। ਅਸੀਂ 2 ਵੀ ਵੇਚਤੇ ਜੀ, ਇੱਕ ਰਹਿ ਗਿਆ ਆਪਣੇ ਕੋਲ। ਇੱਕ ਰਹਿ ਗਿਆ, ਤੇ ਉਹ ਵੀ ਤੁਹਾਨੂੰ ਐ ਹੋਣਾ ਵੀ ਜਵਾਕ ਵਿਚਾਰੇ ਫੋਟੋ ਕਰਾ ਲੈਣ, ਕੋਈ ਛੁੱਟੀਆਂ ਸੀ ਸਕੂਲਾਂ ਦੇ ਵਿੱਚ ਤੇ ਉੱਥੇ ਆ ਕੇ ਜਨਤਾ ਨੇ ਬਹੁਤ ਫੋਟੋ ਕਰਾਈਆਂ। ਅੱਛਾ, ਕਿਸੇ ਬੰਦੇ ਨੇ ਸੋਸ਼ਲ ਮੀਡੀਆ ਤੇ ਪਾਇਆ ਵੀ ਮਾਨਸੇ ਵਾਲੇ ਵਿਚਾਰੇ ਏਡੇ ਭੋਲੇ ਆ ਵੀ ਹੈਲੀਕਾਪਟਰ ਦੇ ਸਕ੍ਰੈਪ ਦੇ ਆ ਕੇ ਫੋਟੋਆਂ ਖਿਚਾਈ ਜਾਂਦੇ ਏਡੀ ਧੁੱਪ ਦੇ ਵਿੱਚ। ਤੇ ਇਹ ਮਾਨਸੇ ਵਾਲੇ ਇਕੱਲੇ ਆਉਂਦੇ ਸੀ ਕਿ ਆਸ-ਪਾਸ ਹੋਰ ਮੰਡੀਆਂ, ਹੋਰ ਜ਼ਿਲ੍ਹਿਆਂ ਦੇ ਲੋਕ ਵੀ ਆਉਂਦੇ ਸੀ? ਬਾਹਰੋਂ ਵੀ ਆਏ ਨੇ ਜੀ, ਬਹੁਤ ਜਣੇ। ਇੱਕ ਪਤਾ ਕੀ, ਇੱਕ ਪਹਿਲੀ ਵਾਰੀ ਹੋਇਆ ਜਿਹੜਾ ਵਿਕਿਆ ਹੈਗਾ, ਪਹਿਲੇ ਕਦੇ ਵੀ ਨਹੀਂ ਇਹ ਆਇਆ ਸੀਗਾ, ਕਿਸੇ ਕੋਲੇ ਵੀ ਨਹੀਂ ਆਏ ਸੀਗੇ। ਐਂ ਲਗਾ ਲਓ ਵੀ ਇਹ ਪਹਿਲੀ ਵਾਰੀ ਖਰੀਦ ਕੀਤਾ ਗਿਆ ਜੀ। ਇਹ ਜਦੋਂ ਪਾਰਟਿਸਿਪੇਟ ਕਰ ਰਹੇ ਸੀ, ਮੁੰਬਈ ਦੀ ਪਾਰਟੀ ਵੀ ਪਾਰਟਿਸਿਪੇਟ ਕਰ ਰਹੀ ਸੀ ਨਾਲ। ਤੇ ਬਾਕੀ ਦੂਸਰੀ ਗੱਲ ਇਹਦਾ, ਜਦੋਂ ਮੈਂ ਜਦੋਂ ਕੰਮ 'ਚ ਪਿਆ ਸੀ ਨਾ 2010 'ਚ, ਉਦੋਂ ਮੈਂ ਜਦੋਂ ਜਾਂਦਾ ਹੁੰਦਾ ਸੀ ਨਾ ਵੀ 에ਅਰਫੋਰਸ ਦਾ ਮਾਲ ਲੱਗਿਆ ਵੀ ਜਹਾਜ਼ ਵੀ ਦੇਖ ਲੂੰਗਾ ਇਸ ਭਾਨੇ, ਮੈਂ ਵੀ ਐਂ ਜਾਂਦਾ ਹੁੰਦਾ ਸੀਗਾ ਵੀ ਬਸ ਮੈਂ ਹੀ ਦੇਖਣ ਜਾਵਾਂ ਮਾਲ। ਕੋਈ ਵੀ ਗੱਡੀਆਂ ਉਹਨਾਂ ਦੀਆਂ ਔਖਣ ਲੱਗਦੀਆਂ ਸੀ। ਚਲੋ, ਇੱਕ ਮੇਰਾ ਨਿੱਜੀ ਸਵਾਲ ਹੈ ਵੀ ਤੁਸੀਂ ਫਿਰ ਜੇ ਕਬਾੜੀਆ ਸ਼ਬਦ ਤੁਹਾਡੇ ਲਈ ਐਡਾ ਮਾਣ ਸਨਮਾਨ ਵਾਲਾ ਹੈ ਤੇ ਫਿਰ ਤੁਸੀਂ ਆਪਦਾ ਨਾਮ ਡਿੰਪਲ ਅਰੋੜਾ ਕਿਉਂ ਰੱਖਿਆ ਤੇ ਕਬਾੜੀਆ ਸ਼ਬਦ ਕਿਉਂ ਨਹੀਂ ਲਾਇਆ ਆਪਦੇ ਨਾਮ ਦੇ ਨਾਲ? ਮੇਰੇ ਫਿਰ ਪਾਪਾ ਦਾ ਲੱਗਿਆ ਹੋਇਆ ਜੀ, ਉਸ ਬ੍ਰਾਂਡ ਉਹਨਾਂ ਦਾ ਲਗਾਇਆ ਹੀ ਨਹੀਂ, ਉਸ ਤੋਂ ਬਾਅਦ ਲਗਾਇਆ ਹੀ ਨਹੀਂ ਇਹਨਾਂ ਨੇ। ਚਲੋ, ਤੇ ਗੱਲ ਇਹ ਹੈ ਵੀ ਜੇ ਤੁਸੀਂ ਨਾਮ ਲਾ ਲੈਂਦੇ ਨਾ ਤਾਂ ਬੜਾ ਕਨਫਿਊਜ਼ਨ ਪੈਦਾ ਹੋਣਾ ਸੀ, ਡਿੰਪਲ ਕਬਾੜੀਆ ਤੇ ਡਿੰਪਲ ਕਪਾੜੀਆ ਦੇ ਨਾਲੇ ਕਿਤੇ ਕਨਫਿਊਜ਼ ਕਰਦੇ ਲੋਕ। ਖੈਰ ਕੋਈ ਗੱਲ ਨਹੀਂ ਜੀ, ਸਾਨੂੰ ਤੁਹਾਡੇ ਕਿੱਤੇ ਤੇ ਮਾਣ ਹੈ ਜੀ, ਬੜਾ ਸਾਨੂੰ ਇਸ ਗੱਲ ਦੇ ਉੱਤੇ ਫਖਰ ਹੈ ਕਿ ਤੁਸੀਂ ਜਿਹਨੂੰ ਕਹਿੰਦੇ ਨਾ ਰੈਗਸ ਟੂ ਰੀਚਿਸ, ਮਤਲਬ ਥੱਲਿਓਂ ਜਾ ਕੇ ਉੱਤੇ ਤੱਕ ਇੰਨਾ ਵਧੀਆ ਤੁਸੀਂ ਕਾਰੋਬਾਰ ਜਚਾਇਆ ਔਰ ਦੁਨੀਆ ਨੂੰ ਇਹ ਸਾਬਤ ਕੀਤਾ ਹੈ ਵੀ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਕੋਈ ਵੀ ਕਿੱਤਾ ਕਾਰੋਬਾਰ ਹੈ ਜਿਹੜਾ ਨਾ ਉਹ ਛੋਟਾ ਹੁੰਦਾ ਨਾ ਵੱਡਾ ਹੁੰਦਾ। ਹਾਂ, ਇਮਾਨਦਾਰੀ ਤੇ ਮਿਹਨਤ ਹੈ ਜਿਹੜੀ ਉਹ ਜਿਹੜੀ ਤੁਹਾਡੀ ਤਰੱਕੀ ਕਰਦੀ ਹੈ। ਕੋਈ ਵੀ ਛੋਟਾ ਨਹੀਂ ਹੁੰਦਾ ਜੀ। ਬਿਲਕੁਲ ਬਿਲਕੁਲ। ਔਰ ਅੱਜ ਤੁਹਾਨੂੰ ਇੰਨਾ ਮਾਣ ਸਨਮਾਨ ਮਿਲ ਰਿਹਾ ਔਰ ਇਸ ਗੱਲ ਲਈ ਤੁਹਾਨੂੰ ਤੇ ਤੁਹਾਡੇ ਪਿਤਾ ਸ਼੍ਰੀ ਮਿੱਠੂ ਰਾਮ ਜੀ ਅਰੋੜਾ ਉਰਫ ਮਿੱਠੂ ਕਬਾੜੀਆ ਜੀ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ। ਔਰ ਏਦਾਂ ਹੀ ਤੁਸੀਂ ਇਸ ਕਾਰੋਬਾਰ 'ਚ ਵਧਦੇ ਰਹੋਗੇ ਔਰ ਦੁਨੀਆ ਨੂੰ ਇਹ ਗੱਲ ਸਾਬਤ ਕਰੋਗੇ ਵੀ 10 ਨਵਾਂ ਦੀ ਕਿਰਤ ਕਮਾਈ ਕਰੋ। ਇਹ ਕੈਨੇਡਾ ਜਾਣ ਦੀ ਲੋੜ ਨਹੀਂ ਹੈਗੀ, ਭਾਰਤ ਦੇ ਵਿੱਚ ਵੀ ਬੜੇ ਮੌਕੇ ਹੈ, ਬਸ ਕੰਮ ਕਰਨ ਦੀ ਨੀਤ ਚਾਹੀਦੀ ਹੈ ਆਪਣੇ ਕੋਲ। ਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਸ਼੍ਰੀ ਡਿੰਪਲ ਅਰੋੜਾ ਜੀ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਦਾ ਹਿੱਸਾ ਬਣਨ ਲਈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। खाली डब्बा खाली बोतल ले ले मेरे यार, खाली से मत नफरत करना, खाली सब संसार। खाली डब्बा खाली बोतल ले ले मेरे यार, खाली से मत नफरत करना, खाली सब संसार। बड़ा बड़ा सर खाली डब्बा, बड़ा बड़ा तन खाली बोतल, बड़ा बड़ा सर खाली डब्बा, बड़ा बड़ा तन खाली बोतल। वो भी आधे खाली निकले जिन पे लगा था भरे का लेबल, वो भी आधे खाली निकले जिन पे लगा था भरे का लेबल। ओ हमने इस दुनिया के दिल में झांका है 100 बार, ले ले खाली डब्बा खाली बोतल, ले ले मेरे यार, खाली से मत नफरत करना, खाली सब संसार।